ਤੁਸੀਂ ਇਹ ਪਹਿਲਾਂ ਹੀ ਜਾਣਦੇ ਹੋ ਕਿ 64 ਦੀ ਘਾਤ 1/3 ਤੋਂ ਕੀ ਭਾਵ ਹੈ। ਇਸ ਦਾ ਭਾਵ ਹੁੰਦਾ ਹੈ 64 ਦਾ ਘਣਮੂਲ। ਹੁਣ ਕਿਉਂਕਿ 4 ਗੁਣਾ 4 ਗੁਣਾ 4 ਜਾਂ 4 ਦੀ ਘਾਤ 3 ਬਰਾਬਰ 64 ਹੁੰਦਾ ਹੈ ਅਤੇ ਇੱਥੇ 64 ਦੇ ਘਣਮੂਲ ਤੋਂ ਭਾਵ ਅਸੀਂ ਅਜਿਹੀ ਸੰਖਿਆ ਲੱਭ ਰਹੇ ਹਾਂ ਜਿਸ ਨੂੰ ਆਪਣੇ ਆਪ ਨਾਲ 3 ਵਾਰ ਗੁਣਾ ਕਰਨ 'ਤੇ 64 ਬਣ ਜਾਵੇ ਤਾਂ ਉਹ ਸੰਖਿਆ ਹੈ 4। ਆਓ ਹੁਣ ਇਸ ਨੂੰ ਥੋੜ੍ਹਾ ਜਿਹਾ ਕਠਿਨ ਕਰ ਲੈਂਦੇ ਹਾਂ। ਇੱਥੇ ਜੋ ਅੰਸ਼ 1 ਹੈ ਉਸ ਨੂੰ ਅਸੀਂ ਵਧਾ ਲੈਂਦੇ ਹਾਂ। ਇੱਥੇ ਮੈਂ ਲੈ ਲੈਂਦਾ ਹਾਂ 64 ਦੀ ਘਾਤ 2/3। ਹੁਣ ਇਸ ਨੂੰ ਹੱਲ ਕਰਨ ਦੇ ਲਈ ਮੈਂ ਇੱਥੇ ਘਾਤ ਦੇ ਨਿਯਮ ਦੀ ਵਰਤੋਂ ਕਰਾਂਗਾ। ਆਓ ਮੈਂ ਤੁਹਾਨੂੰ ਉਸ ਘਾਤ ਦੇ ਨਿਯਮ ਦਾ ਆਈਡੀਆ ਦੇ ਦਿੰਦਾ ਹਾਂ। ਇੱਥੇ ਮੈਂ ਇੱਕ ਸੰਖਿਆ ਲੈਂਦਾ ਹਾਂ ਅਤੇ ਉਸ ਦੀ ਘਾਤ ਕਰ ਦਿੰਦਾ ਹਾਂ 3 ਅਤੇ ਫਿਰ ਇਸ ਸਾਰੇ ਦੀ ਘਾਤ ਕਰ ਦਿੰਦਾ ਹਾਂ 4। ਹੁਣ ਉਸ ਨਿਯਮ ਦੇ ਅਨੁਸਾਰ ਮੈਂ ਇਸ ਨੂੰ ਲਿਖ ਸਕਦਾ ਹਾਂ 2 ਦੀ ਘਾਤ 3 ਗੁਣਾ 4 ਜੋ ਕਿ ਅੱਗੇ ਬਣ ਜਾਂਦਾ ਹੈ 2 ਦੀ ਘਾਤ 12। ਹੁਣ ਮੈਂ ਇਸ ਨੂੰ ਇਸ ਤਰ੍ਹਾਂ ਵੀ ਲਿਖ ਸਕਦਾ ਹਾਂ 2 ਦੀ ਘਾਤ 4 ਤੇ ਸਾਰੇ ਦੀ ਘਾਤ 3। ਹੁਣ ਇਸ ਨਿਯਮ ਦੇ ਅਨੁਸਾਰ ਮੈਂ ਕਿਸੇ ਸੰਖਿਆ ਦੀ ਘਾਤ ਲੈਂਦਾ ਹਾਂ ਅਤੇ ਫਿਰ ਉਸ ਸਾਰੇ ਦੀ ਘਾਤ ਲੈਂਦਾ ਹਾਂ ਤਾਂ ਮੈਂ ਨਿਯਮ ਅਨੁਸਾਰ ਇਹਨਾਂ ਘਾਤਾਂ ਨੂੰ ਆਪਸ ਦੇ ਵਿੱਚ ਗੁਣਾ ਕਰ ਸਕਦਾ ਹਾਂ। ਹੁਣ ਮੈਂ ਇਸ ਨਿਯਮ ਦੀ ਵਰਤੋਂ ਇੱਥੇ ਕਰਾਂਗਾ। ਇੱਥੇ 64 ਦੀ ਘਾਤ 2/3 ਹੈ ਤਾਂ ਮੈਂ 2/3 ਨੂੰ 1/3 ਗੁਣਾ 2 ਕਰ ਲਵਾਂਗਾ। ਮੈਂ ਇਸਨੂੰ ਇਸ ਤਰ੍ਹਾਂ ਲਿਖ ਲੈਂਦਾ ਹਾਂ 64 ਦੀ ਘਾਤ 1/3 ਅਤੇ ਫਿਰ ਸਾਰੇ ਦੀ ਘਾਤ 2। ਹੁਣ ਇੱਥੇ ਮੈਂ ਇਸ ਨਿਯਮ ਦੀ ਵਰਤੋਂ ਕੀਤੀ ਹੈ। ਹੁਣ ਜਦੋਂ ਮੈਂ ਇਸ ਘਾਤਾਂ ਨੂੰ ਆਪਸ ਵਿੱਚ ਗੁਣਾ ਕਰਾਂਗਾ ਤਾਂ ਇਹ 2/3 ਬਣ ਜਾਣਗੀਆਂ। ਹੁਣ ਮੈਂ ਅਜਿਹਾ ਕਿਉਂ ਲਿਖਿਆ ਹੈ ਕਿਉਂਕਿ ਇੱਥੇ 64 ਦੀ ਘਾਤ 1/3 ਨੂੰ ਅਸੀਂ ਪਹਿਲਾਂ ਹੀ ਹੱਲ ਕਰ ਚੁੱਕੇ ਹਾਂ। ਤਾਂ ਇਸ ਨੂੰ ਅਸੀਂ ਅੱਗੇ ਹੱਲ ਕਰਦੇ ਹਾਂ। ਹੁਣ 64 ਦੀ ਘਾਤ 1/3 ਦਾ ਜੋ ਆਂਸਰ ਸੀਗਾ ਸਾਡੇ ਕੋਲ 4 ਸੀ। ਮੈਂ ਇਸ ਨੂੰ ਇਸੇ ਕਲਰ ਦੇ ਨਾਲ ਲਿਖ ਲੈਂਦਾ ਹਾਂ 4 ਅਤੇ ਇਹ ਬਣ ਗਿਆ 4 ਦੀ ਘਾਤ 2। ਹੁਣ ਜਦੋਂ ਅਸੀਂ 4 ਨੂੰ 4 ਨਾਲ ਗੁਣਾ ਕਰਾਂਗੇ ਤਾਂ ਇਹ ਬਣ ਜਾਏਗਾ 16। ਇਸ ਤਰ੍ਹਾਂ 64 ਦੀ ਘਾਤ 2/3 ਦਾ ਮੁੱਲ ਸਾਡੇ ਕੋਲ ਆ ਗਿਆ 16। ਇਸ ਨੂੰ ਮੈਂ ਇਸ ਤਰ੍ਹਾਂ ਵੀ ਸਮਝਾ ਸਕਦਾ ਹਾਂ ਕਿ ਪਹਿਲਾਂ ਮੈਂ 64 ਦਾ ਘਣਮੂਲ ਪਤਾ ਕੀਤਾ ਜੋ ਕਿ 4 ਆ ਗਿਆ ਅਤੇ ਫਿਰ ਮੈਂ ਉਸਦਾ ਵਰਗ ਕੀਤਾ ਜੋ ਕਿ 16 ਬਣ ਗਿਆ। ਆਓ ਹੁਣ ਥੋੜ੍ਹਾ ਜਿਹਾ ਹੋਰ ਕਠਿਨ ਕਰ ਲੈਂਦੇ ਹਾਂ। ਮੈਂ ਚਾਹੂੰਗਾ ਕਿ ਮੇਰੇ ਇਸ ਸਵਾਲ ਨੂੰ ਹੱਲ ਕਰਨ ਤੋਂ ਪਹਿਲਾਂ ਤੁਸੀਂ ਇਸ ਨੂੰ ਆਪ ਹੱਲ ਕਰਨ ਦੀ ਕੋਸ਼ਿਸ਼ ਕਰਿਓ। ਮੈਂ ਇੱਥੇ ਇੱਕ ਸੰਖਿਆ ਲੈ ਲੈਂਦਾ ਹਾਂ 8/27 ਅਤੇ ਇਸ ਸਾਰੇ ਦੀ ਘਾਤ ਲੈ ਲੈਂਦਾ ਹਾਂ -2/3। ਹੁਣ ਇਸ ਨੂੰ ਹੱਲ ਕਰਨ ਦੇ ਲਈ ਸਭ ਤੋਂ ਪਹਿਲਾਂ ਜੋ ਇੱਥੇ ਰਿਣਾਤਮਕ ਘਾਤ ਹੈ ਉਸ ਨੂੰ ਅਸੀਂ ਹਟਾਉਣਾ ਹੈ ਅਤੇ ਤੁਹਾਨੂੰ ਯਾਦ ਆ ਰਿਹਾ ਹੋਵੇਗਾ ਕਿ ਇਸ ਦੇ ਲਈ ਅਸੀਂ ਜੋ ਸਾਡਾ ਇਹ ਆਧਾਰ ਹੈ 8/27 ਹੈ ਇਸ ਦਾ ਅਸੀਂ ਉਲਟ ਕ੍ਰਮ ਕਰ ਦੇਣਾ ਹੈ ਜਿਸ ਦੇ ਨਾਲ ਕਿ ਜੋ ਘਾਤ ਹੈ ਉਹ ਪਲੱਸ ਦੀ ਹੋ ਜਾਵੇਗੀ। ਤਾਂ ਮੈਂ ਇਸ ਦਾ ਉਲਟ ਕ੍ਰਮ ਕਰ ਦਿੰਦਾ ਹਾਂ 27/8 ਤਾਂ ਸਾਰੇ ਦੀ ਘਾਤ ਹੁਣ ਕੀ ਹੋ ਜਾਵੇਗੀ। ਹੁਣ ਇਹ ਹੋ ਜਾਵੇਗੀ 2/3। ਹੁਣ ਇਸ ਨੂੰ ਅੱਗੇ ਹੱਲ ਕਰਦੇ ਹਾਂ। ਹੁਣ ਅੱਗੇ ਫਿਰ ਅਸੀਂ ਇੱਕ ਘਾਤ ਦਾ ਨਿਯਮ ਲਗਾਉਂਦੇ ਹਾਂ ਜਿਸ ਦੇ ਵਿੱਚ ਕਿ ਅਸੀਂ 27/8 ਅੰਸ਼ ਅਤੇ ਹਰ ਨੂੰ ਦੋਨਾਂ ਨੂੰ ਅਲੱਗ-ਅਲੱਗ ਘਾਤ ਪਾ ਕੇ ਲਿਖ ਲੈਂਦੇ ਹਾਂ। 27 ਦੀ ਘਾਤ 2/3 ਅਤੇ ਇਸ ਦੇ ਬਟੇ 8 ਦੀ ਘਾਤ 2/3। ਹੁਣ ਜਿਵੇਂ ਪਹਿਲਾਂ ਸਮਝਾਇਆ ਗਿਆ ਸੀਗਾ ਹੁਣ ਫਿਰ ਮੈਂ ਪਹਿਲੇ ਵਾਲੇ ਨਿਯਮ ਦੀ ਵਰਤੋਂ ਕਰਕੇ ਇਸ ਨੂੰ ਲਿਖ ਲਵਾਂਗਾ 27 ਦੀ ਘਾਤ 1/3 ਅਤੇ ਫਿਰ ਸਾਰੇ ਦੀ ਘਾਤ 2 ਅਤੇ ਹੁਣ ਨੀਚੇ 8 ਦੀ ਘਾਤ 1/3 ਅਤੇ ਫਿਰ ਸਾਰੇ ਦੀ ਘਾਤ 2 ਲਿਖ ਲੈਂਦਾ ਹਾਂ। ਹੁਣ 27 ਦੀ ਘਾਤ 1/3 ਤੋਂ ਭਾਵ ਹੁੰਦਾ ਹੈ 27 ਦਾ ਘਣਮੂਲ। ਸਾਡੇ ਕੋਲ ਹੁੰਦਾ ਹੈ 3 ਦੀ ਘਾਤ 3 ਬਰਾਬਰ 27 ਤਾਂ ਇਸ ਲਈ 27 ਦਾ ਸਾਡੇ ਕੋਲ ਘਣਮੂਲ ਆ ਗਿਆ 3 ਅਤੇ ਸਾਡੇ ਕੋਲ ਬਣ ਗਿਆ 3 ਦੀ ਘਾਤ 2 ਬਟੇ ਇਸ 'ਤੇ ਸਾਡੇ ਕੋਲ 8 ਹੈ 8 ਦੀ ਘਾਤ 1/3 ਯਾਨੀ ਕਿ 8 ਦਾ ਘਣਮੂਲ ਸਾਡੇ ਕੋਲ ਹੁੰਦਾ ਹੈ 2 ਅਤੇ ਬਣ ਗਿਆ 2 ਦੀ ਘਾਤ 2 ਜੋ ਕਿ ਬਰਾਬਰ ਆ ਗਿਆ। ਹੁਣ 3 ਦਾ ਵਰਗ ਹੁੰਦਾ ਹੈ 9 ਅਤੇ 2 ਦਾ ਵਰਗ ਹੁੰਦਾ ਹੈ ਸਾਡੇ ਕੋਲ 4। ਇਸ ਤਰ੍ਹਾਂ 8/27 ਦੀ ਘਾਤ -2/3 ਦਾ ਮੁੱਲ ਪ੍ਰਾਪਤ ਹੋ ਗਿਆ 9/4।